ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਦੀ ਮਜ਼ਬੂਤ ਆਗੂ ਅਤੇ ਕਰੋਨਾ ਸੰਕਟ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ शुक्रिया। ਹਮੀਰ ਸਿੰਘ ਜੀ, ਸਾਲ 2014 ਵਿੱਚ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮਜ਼ਬੂਤ ਆਗੂ ਦੀ ਤਰ੍ਹਾਂ ਪੇਸ਼ ਕੀਤਾ ਗਿਆ, ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਜ਼ਿਆਦਾਤਰ ਫੈਸਲੇ ਖੁਦ ਹੀ ਲਏ ਜਾਂਦੇ ਨੇ। ਉਹਨਾਂ ਫੈਸਲਿਆਂ ਦਾ ਜ਼ਿਆਦਾਤਰ ਵਿਰੋਧ ਵੀ ਹੋਇਆ, ਪਰ ਕੇਂਦਰ ਸਰਕਾਰ ਉਹਨਾਂ ਵਿਰੋਧਾਂ 'ਤੇ ਕੋਈ ਗੌਰ ਨਹੀਂ ਕਰ ਰਹੀ, ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਜੇਕਰ ਗੱਲ ਕਰੀਏ ਮੌਜੂਦਾ ਹਾਲਾਤ ਦੀ, ਦੇਸ਼ ਵਿੱਚ ਕਰੋਨਾ ਨੇ ਜਿਹੜਾ ਇੱਕ ਭਿਆਨਕ ਰੂਪ ਧਾਰ ਲਿਆ ਤੇ ਪ੍ਰਧਾਨ ਮੰਤਰੀ ਦੀ ਉਹੀ ਛਵੀ ਜਿਹੜੀ ਇੱਕ ਮਜ਼ਬੂਤ ਆਗੂ ਦੀ ਧਾਰਨਾ ਹੈਗੀ ਹੈ, ਉਹਦੇ ਚੱਲਦੇ ਜਿਹੜੇ ਵੀ ਸੈਂਟਰ ਗੌਰਮੈਂਟ ਵੱਲੋਂ ਫੈਸਲੇ ਲਏ ਜਾ ਰਹੇ ਨੇ ਉਹ ਕਰੋਨਾ 'ਤੇ ਕਾਬੂ ਪਾਉਣ 'ਚ ਕਾਮਯਾਬ ਨਹੀਂ ਹੋ ਰਹੇ ਨੇ। ਸਾਨੂੰ ਚਾਨਣਾ ਪਾਓ ਵੀ ਕਿ ਇਹ ਜਿਹੜਾ ਇੱਕ ਇਕੱਲਾ ਬੰਦਾ ਇਹਦੇ ਫੈਸਲੇ ਲੈਣ ਦੀ ਧਾਰਨਾ ਹੈ, ਇਹ ਕਿਸ ਤਰ੍ਹਾਂ ਦੇਸ਼ ਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਹੀ ਹੈ। ਵੈਸੇ ਤਾਂ ਇਹ ਕਿਸੇ ਨੇ ਨਹੀਂ ਬਣਾਇਆ, ਨਰਿੰਦਰ ਮੋਦੀ ਦਾ ਆਪਣਾ ਹੀ ਇੱਕ ਐਟੀਟਿਊਡ ਹੈ ਸ਼ੁਰੂ ਤੋਂ ਲੈ ਕੇ ਕਿ ਉਹ ਕਦੇ 56 ਇੰਚ ਦੀ ਛਾਤੀ ਦਾ ਸਵਾਲ ਹੈ, ਕਦੇ ਮਜ਼ਬੂਤ ਆਗੂ ਦਾ ਸਵਾਲ ਹੈ, ਉਹ ਆਪ ਹੀ ਹੈ। ਹੌਲੀ ਹੌਲੀ ਬਾਕੀ ਦੇ ਲੋਕ ਫਿਰ ਨਾਲ ਲੱਗ ਜਾਂਦੇ ਨੇ ਔਰ ਇਹਦੇ ਲਈ ਚਲਦੇ ਚਲਦੇ ਜਿਹੜਾ ਡੈਮੋਕ੍ਰੇਸੀ ਦਾ ਜਮਹੂਰੀਅਤ ਦੇ ਵਿੱਚ ਇੱਕ ਰੋਲ ਹੁੰਦਾ, ਭੂਮਿਕਾ ਹੁੰਦੀ ਹੈ, ਨਾਲ ਦੇ ਮੰਤਰੀਆਂ ਦੀ ਭੂਮਿਕਾ ਹੁੰਦੀ ਹੈ, ਪਾਰਟੀਆਂ ਦੇ ਵਿੱਚ ਆਗੂਆਂ ਦੀ ਭੂਮਿਕਾ ਹੁੰਦੀ ਹੈ ਔਰ ਇਸੇ ਤਰ੍ਹਾਂ ਡਿਪਾਰਟਮੈਂਟਾਂ ਦੀ, ਵੱਖ-ਵੱਖ ਮਿਨਿਸਟਰੀਆਂ ਦੀ ਆਪੋ ਆਪਣੀ ਭੂਮਿਕਾ ਹੁੰਦੀ ਹੈ। ਸੰਵਿਧਾਨਕ ਸੰਸਥਾਵਾਂ ਦਾ ਆਪਣਾ ਰੋਲ ਹੁੰਦਾ ਹੈ, ਹਰੇਕ ਟਾਈਪ ਦੀਆਂ ਸੰਸਥਾਵਾਂ ਦਾ। ਉਹ ਰੋਲ ਲਗਾਤਾਰ ਖਤਮ ਹੁੰਦਾ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਕਰਕੇ ਇਹ ਲਗਾਤਾਰ ਇਹ ਗੱਲ ਦਰਸਾਈ ਜਾ ਰਹੀ ਹੈ, ਸਾਡੇ ਸਾਹਮਣੇ ਹੈ ਹੁਣ ਕਿ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਨੇ ਦੇਸ਼ ਦੇ ਸਾਹਮਣੇ ਜਾਂ ਲੋਕਾਂ ਨੂੰ, ਉਹਨਾਂ ਦੇ ਹੱਲ ਕਰਨ ਦੀ ਬਜਾਏ ਉਹ ਸਮਾਂ ਲੰਘ ਕੇ ਆਪਣੇ ਆਪ ਹੀ ਕਿਸੇ ਤਰੀਕੇ ਨਾਲ ਚੱਲ ਜਾਣ ਤਾਂ ਉਹ ਅਲੱਗ ਗੱਲ ਹੈ। ਔਰ ਇਹਦੇ ਲਈ ਇਹ ਹੁੰਦਾ ਕਿ ਜਿਹੜਾ ਮਜ਼ਬੂਤ ਆਗੂ ਦਾ ਕੀੜਾ ਹੁੰਦਾ ਦਿਮਾਗ ਦੇ ਵਿੱਚ, ਉਹ ਫਿਰ ਮਾਹਰਾਂ ਦੀ ਰਾਏ ਨਾਲ ਰਾਏ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦੇ, ਇਸ ਲਈ ਸਟੇਟਾਂ ਨਾਲ ਰਾਏ ਕਰਨ ਦੀ ਵੀ ਕੋਸ਼ਿਸ਼ ਨਹੀਂ, ਬਾਕੀ ਵੀ ਨਹੀਂ। ਇਹ ਨੋਟਬੰਦੀ ਤੋਂ ਸ਼ੁਰੂ ਹੋਇਆ ਸਵਾਲ ਹੈ। ਜਿਵੇਂ ਮੰਨ ਲਓ ਨੋਟਬੰਦੀ ਵੇਲੇ ਸੀ ਐਲਾਨ ਹੋ ਗਿਆ ਔਰ ਬਹੁਤ ਸਾਰੇ ਮਾਹਰ ਕਹਿੰਦੇ ਸੀ ਕਿਸੇ ਨਾਲ ਗੱਲ ਨਹੀਂ ਹੋਈ ਔਰ ਜਿਹੜੇ ਬੰਦੇ ਰਾਏ ਦੇ ਸਕਦੇ ਸੀ ਨਹੀਂ ਚੀਜ਼ਾਂ ਉਸ ਲੈਵਲ ਦੀਆਂ ਹੋਈਆਂ। ਔਰ ਇਸੇ ਤਰ੍ਹਾਂ ਹੀ ਇਹ ਹੈ ਕਿ ਜਦੋਂ ਪਿਛਲਾ ਲੋਕਡਾਊਨ ਹੋਇਆ 2020 ਦੇ ਵਿੱਚ ਆ ਕੇ 24 ਮਾਰਚ ਦਾ, ਔਰ ਉਦੋਂ ਤੋਂ ਵੀ ਇਹੀ ਸੀ ਵੀ ਆ ਕੇ ਲੋਕਡਾਊਨ ਐਲਾਨ ਕਰ ਦਿੱਤਾ ਗਿਆ ਅਤੇ ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਨਾ ਤਾਂ ਕੋਈ ਕੈਬਨਿਟ ਨਾ ਕੋਈ ਬਾਕੀ ਚੀਜ਼ਾਂ ਬੈਠ ਕੇ ਕੋਈ ਵਿਚਾਰ ਵਿਮਰਸ਼ ਹੁੰਦਾ ਨਾ ਕਿ ਆਹ ਚੀਜ਼ਾਂ ਨੇ, ਆਹ ਐਲਾਨ ਕਰ ਰਹੇ ਹਾਂ, ਇਹਦੇ ਨਾਲ ਆਹ ਰੁਕਾਵਟਾਂ ਆਉਣਗੀਆਂ ਅਤੇ ਉਹਨਾਂ ਨੂੰ ਆਪਾਂ ਹੱਲ ਇਸ ਤਰੀਕੇ ਦੇ ਨਾਲ ਕਰਨਾ। ਇਸੇ ਤਰ੍ਹਾਂ ਕਰੋਨਾ ਦੇ ਦੌਰ ਦੇ ਵਿੱਚ ਜੇਕਰ ਇਹ ਗੱਲ ਦੇਖਦੇ ਹਾਂ, ਕਿਉਂਕਿ ਪ੍ਰਧਾਨ ਮੰਤਰੀ ਸਪੀਕਰ ਹੈ, ਚੋਣ ਕੰਪੇਨਰ ਹੈ, ਆਪਣੀ ਪਾਰਟੀ ਨੂੰ ਜਿਤਾਉਣ ਵਾਲੀ ਜਿਹੜੀ ਚੋਣ ਮਸ਼ੀਨਰੀ ਹੈ ਉਹਦਾ ਆਗੂ ਹੈ, ਪਰ ਬਤੌਰ ਪ੍ਰਧਾਨ ਮੰਤਰੀ ਜਿਹੜੇ ਉਹਦੇ ਫੈਸਲੇ ਨੇ ਉਹ ਨਹੀਂ, ਨਾ ਟਾਈਮ ਹੈ ਅਤੇ ਨਾ ਉਸ ਲੈਵਲ ਦੇ ਵਾਜਬ ਫੈਸਲੇ ਹੋਏ ਨੇ। ਉਹਦੇ ਲਈ ਕੀ ਹੋਇਆ ਹੁਣ ਤੁਸੀਂ ਦੇਖੋ ਕਿ ਲੰਮੇ ਸਮੇਂ ਤੋਂ ਕੈਬਨਿਟ ਮੀਟਿੰਗ ਨਹੀਂ ਹੋਈ ਜੀ ਔਰ ਉਹ ਕੈਬਨਿਟ ਮੀਟਿੰਗ ਜੇ ਹੋਈ ਵੀ ਮਾੜੀ ਮੋਟੀ ਵਰਚੁਅਲ, ਅਤੇ ਉਹਦੇ 'ਚ ਕੈਬਨਿਟ ਮੰਤਰੀਆਂ ਦਾ ਰੋਲ ਕੀ ਹੈ, ਭੂਮਿਕਾ ਕੀ ਹੈ। ਜਦੋਂ ਸਾਰੇ ਸੰਬੰਧਿਤ ਡਿਪਾਰਟਮੈਂਟਾਂ ਦੇ ਸੈਕਟਰੀਆਂ ਨੂੰ ਬੁਲਾ ਕੇ ਪ੍ਰਧਾਨ ਮੰਤਰੀ ਆਪ ਮੀਟਿੰਗ ਕਰ ਲਏ, ਡਾਕਟਰਾਂ ਵਾਲੇ ਸਾਈਡ 'ਤੇ ਵੀ ਆਪ ਮੀਟਿੰਗ ਕਰ ਲਏ, ਆਕਸੀਜਨ ਵਾਲੀ ਸਾਈਡ 'ਤੇ ਵੀ ਜਿਹੜੇ ਵੀ ਬੰਦੇ ਕੰਪਨੀਆਂ ਨੇ, ਉਦਯੋਗਪਤੀ ਨੇ, ਉਹਨਾਂ ਨਾਲ ਵੀ ਆਪ ਮੀਟਿੰਗ ਕਰ ਲਏ, ਬਾਕੀ ਸਾਰੇ। ਤਾਂ ਇਹਦਾ ਮਤਲਬ ਮਿਨਿਸਟਰੀਆਂ ਜਿਹੜੀਆਂ ਨੇ ਉਹ ਨਾਮ ਦੀਆਂ ਮਿਨਿਸਟਰੀਆਂ ਤਾਂ ਰਹਿੰਦੀਆਂ ਨੇ, ਫਲਾਨਾ ਮਿਨਿਸਟਰ, ਫਲਾਨਾ ਮਿਨਿਸਟਰ। ਉਹ ਪੀਐਮ ਸਾਹਿਬ ਦੀ ਇੱਕ ਤੂਤੀ ਬੋਲਣ ਤੱਕ ਕੰਮ ਹੈ, ਫੈਸਲਾਕੁਨ ਤਾਕਤ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਜੀ। ਇਸੇ ਤਰ੍ਹਾਂ ਜੇ ਕਰੋਨਾ ਦੇ ਦੌਰ ਦੇ ਵਿੱਚ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜੀ, ਔਰ ਉਹ ਅਥਾਰਟੀ ਜਿਹੜੀ ਕੀ ਕੰਮ ਕਰ ਰਹੀ ਹੈ, ਉਹਦੀ ਕਿਵੇਂ ਮੀਟਿੰਗ ਹੋਈ, ਕਿਵੇਂ ਉਹ ਲਾਗੂ ਕਰ ਰਹੀ ਹੈ ਫੈਸਲੇ, ਕਿੱਥੇ ਹੈ, ਇਹ ਪਿਕਚਰ 'ਚ ਹੀ ਨਹੀਂ ਦਿਖਾਈ ਦੇ ਰਹੀ ਕਿਤੇ ਵੀ ਸਾਰੇ ਮਾਮਲੇ ਦੇ ਵਿੱਚ। ਇਸ ਲਈ ਸਮੁੱਚੇ ਮਾਮਲੇ ਜਿਹੜੇ ਕਿਸ ਲੈਵਲ 'ਤੇ ਹੋ ਰਹੇ ਨੇ ਉਹ ਸਾਰੇ ਦੇ ਸਾਰੇ ਤਾਕਤਾਂ ਇੰਨੀਆਂ ਜ਼ਿਆਦਾ ਇੱਕ ਬੰਦੇ ਨੇ ਕੈਪਚਰ ਕਰ ਲਈਆਂ। ਐਡੇ ਵੱਡੇ ਦੇਸ਼ 'ਚ ਐਡੀਆਂ ਵੱਡੀਆਂ ਸਮੱਸਿਆਵਾਂ 'ਚ ਇਹ ਸੰਭਵ ਹੀ ਨਹੀਂ ਹੁੰਦਾ। ਔਰ ਦੂਜੀ ਗੱਲ ਦਿਮਾਗ 'ਚ ਇਹ ਆ ਜਾਂਦਾ ਕਿ ਮੈਂ ਸਾਰਾ ਹੀ ਬ੍ਰਹਮ ਗਿਆਨੀ ਹਾਂ, ਮੈਨੂੰ ਸਭ ਕੁਝ ਪਤਾ ਹੈ, ਮੈਂ ਆਪ ਹੀ ਫੈਸਲੇ ਕਰ ਲੂੰਗਾ। ਇਹ ਉਹਦਾ ਰਿਜ਼ਲਟ ਹੈ ਜਿਹੜਾ ਉਹਦਾ ਖਮਿਆਜਾ ਭੁਗਤਿਆ ਜਾ ਰਿਹਾ। ਸ਼ਾਇਦ ਇਸੇ ਕਰਕੇ ਇਹ ਸੀ ਕਿ ਸ਼ੁਰੂ ਤੋਂ ਨਾ ਤਾਂ ਪ੍ਰਧਾਨ ਮੰਤਰੀ ਦਾ ਇਸ ਪਾਸੇ ਵੱਲ ਧਿਆਨ ਰਿਹਾ ਆਪਦਾ ਜੀ, ਅਤੇ ਦੂਜੇ ਜਿਹੜੇ ਧਿਆਨ ਦੇਣ ਵਾਲੇ ਬੰਦੇ ਸੀ ਉਹਨਾਂ ਦੀ ਤਾਕਤ ਖਿੱਚ ਲਈ ਹੈ ਮਾੜੇ ਮੋਟੀ, ਜਿਹੜੇ ਵੀ ਲੋਕਾਂ ਨੇ ਆਪ ਮਾਹਰਾਂ ਨੇ ਜਾਂ ਬਾਕੀ ਲੋਕਾਂ ਨੇ ਕੰਮ ਕਰਨਾ ਸੀ। ਔਰ ਇਸੇ ਕਰਕੇ ਹੁਣ ਐਡੀ ਵੱਡੀ ਮਹਾਮਾਰੀ ਦਾ ਸਾਹਮਣਾ ਜਿਹੜਾ ਇਹ ਜੇ ਕਰਨਾ ਪੈ ਰਿਹਾ, ਤੁਸੀਂ ਵੋਟਾਂ 'ਚ ਗਲਤਾਨ ਰਹੇ। ਔਰ ਜਿਹੜਾ ਹਾਈ ਕੋਰਟ ਨੇ, ਮਦਰਾਸ ਹਾਈ ਕੋਰਟ ਨੇ ਵੀ ਫੈਸਲਾ ਕੀਤਾ ਸੀ ਨਾ ਵੀ ਚੋਣ ਕਮਿਸ਼ਨ ਜੀ ਇਹਦੇ ਲਈ ਜ਼ਿੰਮੇਵਾਰ ਹੈ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਣਾ ਚਾਹੀਦਾ। ਇਹ ਸਾਰੀ ਕਮੈਂਟਰੀ ਹੈ, ਪਰ ਫੈਸਲੇ ਦੇ ਤੌਰ 'ਤੇ ਤਾਂ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਹੁਣ
ਜਿਹੜੀਆਂ ਸੰਸਥਾਵਾਂ ਨੇ, ਅਦਾਲਤਾਂ ਤੋਂ ਲੈ ਕੇ ਵੱਖ-ਵੱਖ ਟਾਈਪ ਦੀਆਂ ਸੰਸਥਾਵਾਂ, ਉਹ ਜਿਹੜੀ ਜ਼ਿੰਮੇਵਾਰੀ ਤੈਅ ਕਰਨੀ ਹੁੰਦੀ ਹੈ, ਉਹ ਜ਼ਿੰਮੇਵਾਰੀ ਤੋਂ ਬਚਾ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਤਾਂ ਬਾਕੀ ਨੂੰ। ਔਰ ਜੇਕਰ ਇਹ ਸੰਕਟ ਆਇਆ ਹੈ, ਸੰਵਿਧਾਨਕ ਸੰਸਥਾਵਾਂ ਤਾਂ ਤੁਸੀਂ ਪਹਿਲਾਂ ਹੀ ਨਾਮਲੇਟ ਕਰਤੀਆਂ ਤੇ ਉਹਦੇ ਮੁਤਾਬਕ ਨਹੀਂ ਹੈ। ਔਰ ਇਹ ਲੋਕਾਂ ਦੇ ਵਿੱਚ ਇੱਕ ਜਨਰਲ ਧਾਰਨਾ ਦੇਸ਼ ਦੇ ਵਿੱਚ ਚਲੀ ਗਈ ਹੈ ਕਿ ਅਦਾਲਤਾਂ ਵੀ ਜਿਹੜੀ ਸੱਤਾ ਹੈ ਉਹਨੂੰ ਦੇਖ ਕੇ ਫੈਸਲੇ, ਬਹੁਤ ਸਾਰੇ ਫੈਸਲੇ ਲੈਣ ਲੱਗੀਆਂ ਨੇ, ਤੇ ਬਾਕੀ ਸੰਵਿਧਾਨਕ ਸੰਸਥਾਵਾਂ ਵੀ ਉਹੋ ਜਿਹੇ ਫੈਸਲੇ ਲੈਣ ਲੱਗੀਆਂ ਨੇ। ਇਸੇ ਕਰਕੇ ਜੇ ਫਿਰ ਜਿਹੜਾ ਬੰਦੇ ਕੋਲ ਸਭ ਤੋਂ ਵੱਧ ਤਾਕਤ ਹੈ ਔਰ ਫੈਸਲੇ ਆਪਣੀ ਮਨਮਾਨੀ ਨਾਲ ਲੈ ਰਿਹਾ ਹੈ, ਤਾਂ ਅੱਜ ਦੀਆਂ ਮੌਤਾਂ ਲਈ ਉਹ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾ ਸਕਦਾ ਮੇਨਲੀ? ਤਾਂ ਉਹ ਹੌਲੀ ਸੋਲੀ ਜ਼ਿੰਮੇਵਾਰੀ ਵੀ ਤਾਂ ਲੈਣੀ ਪਊਗੀ। ਇਖਲਾਕ ਇਸ ਗੱਲ ਦੀ ਮੰਗ ਕਰਦਾ ਹੈ, ਬਾਕੀ ਚੀਜ਼ਾਂ ਦੇ ਵਿੱਚ ਵੀ ਇਹ ਚੀਜ਼ ਦੀ ਮੰਗ ਕਰਦਾ, ਪਰ ਜਦੇ ਵੀ ਅਜੇ ਵੀ ਜਿਹੜੇ ਸਪੋਕਸਪਰਸਨ ਬਾਕੀ ਲੋਕ ਆਉਂਦੇ ਨੇ ਬੀਜੇਪੀ ਦੇ, ਉਹ ਇਹੀ ਕਹਿੰਦੇ ਨੇ ਕਿ ਪੀਐਮ ਸਾਹਿਬ ਤਾਂ ਬਹੁਤ ਕੋਸ਼ਿਸ਼ ਕਰ ਰਹੇ ਨੇ ਜੀ, ਉਹ ਤਾਂ ਬੜੇ ਲੋਕਾਂ ਦੇ ਪ੍ਰਤੀ ਹਮਦਰਦ ਨੇ, ਲੋਕਾਂ ਦੇ ਪ੍ਰਤੀ ਸਾਰੇ ਫੈਸਲੇ ਕੀਤੇ ਜਾ ਰਹੇ ਨੇ। ਅਸਲ ਦੇ ਵਿੱਚ ਕਿਸੇ ਹੋਰ ਦਾ ਨੁਕਸ ਹੈ, ਕਿਸੇ ਦੇ ਹੋਰ ਦੇ ਗਲ ਪਾ ਦਿਓ। ਨੁਕਸ ਹੈਗਾ, ਨੁਕਸ ਉਹਨਾਂ ਅਧਿਕਾਰੀਆਂ ਦਾ ਵੀ ਹੈ ਜਿਹੜੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਕੰਮ ਨਹੀਂ ਕਰਦੇ, ਨੁਕਸ ਉਹਨਾਂ ਮੰਤਰੀਆਂ ਦਾ ਵੀ ਹੈ ਜਿਹੜੇ ਚਾਪਲੂਸ ਬਣ ਗਏ ਤੇ ਜਿਹੜੇ ਕੇਵਲ ਆਪਣੀ ਮਲਾਈ ਖਾਣ ਦੇ ਲਈ ਆਪਣਾ ਕੰਮ ਨਹੀਂ ਕਰਦੇ, ਆਪਣੇ ਸਟੈਂਡ ਨਹੀਂ ਲੈ ਰਹੇ ਤੇ ਉਸ ਲੈਵਲ ਤੇ ਕਰਦੇ ਨੇ। ਪਰ ਸਭ ਤੋਂ ਵੱਡਾ ਜਿਹੜਾ ਜਵਾਬਦੇਹੀ ਹੈ ਤਾਂ ਉਹ ਪ੍ਰਧਾਨ ਮੰਤਰੀ ਦੀ ਹੋਣੀ ਚਾਹੀਦੀ ਹੈ। ਔਰ ਉਹ 56 ਇੰਚ ਦੀ ਛਾਤੀ ਤੇ ਬਾਕੀ ਕਿੱਥੇ ਗਏ? ਔਰ ਅਸੀਂ ਇਸ ਹਾਲਾਤ 'ਚ ਦੇਸ਼ ਨੂੰ ਲਿਆ ਕੇ ਖੜਾ ਕਰਤਾ ਕਿ 17 ਦੇਸ਼ਾਂ ਨੇ ਹੁਣ ਇਹ ਪੇਸ਼ਕਸ਼ ਕੀਤੀ ਹੈ ਕਿ ਅਸੀਂ ਤੁਹਾਨੂੰ ਆ ਦਿੰਦੇ ਹਾਂ ਜਿਹੜੀ ਸਹਾਇਤਾ, ਜਿਹੜੀ ਵੱਖ-ਵੱਖ ਟਾਈਪ ਦੀ ਹੈ। ਔਰ ਕਿਉਂਕਿ ਸਹਾਇਤਾ ਦੀ ਲੋੜ ਹੈ, ਤੁਹਾਡਾ ਸਿਸਟਮ ਕੋਲੈਪਸ ਹੋ ਗਿਆ। ਗੌਰਮੈਂਟ ਕੋਲ ਨਾ ਆਕਸੀਜਨ ਦੇਣ ਨੂੰ ਹੈ, ਨਾ ਬੈੱਡ ਦੇਣ ਨੂੰ ਨੇ, ਨਾ ਡਾਕਟਰ ਦੇਣ ਨੂੰ ਨੇ, ਨਾ ਕੁਝ ਹੋਰ ਹੈ। ਔਰ ਲੋਕ ਉਸ ਕਲਾਸ ਦੇ ਵਿੱਚ ਵੀ ਜਿਹਦੇ ਲਈ ਇਹ ਮੰਨਿਆ ਜਾਂਦਾ ਸੀ ਕਿ ਇਹ ਕਲਾਸ, ਇਹ ਇੱਕ ਜਿਹੜੀ ਅੱਪਰ ਕਲਾਸ ਹੈ, ਵੱਡੇ ਪੱਧਰ 'ਤੇ ਥੋੜ੍ਹੇ ਬਹੁਤ ਰਸੂਖ ਵਾਲੇ ਬੰਦੇ ਨੇ, ਪੈਸੇ ਵਾਲੇ ਬੰਦੇ ਨੇ, ਉਹਨਾਂ ਦੀ ਤਾਂ ਕੇਅਰ ਚਲੋ ਹੋ ਜਾਂਦੀ ਹੈ, ਬਾਕੀ ਲੋਕਾਂ ਦੀ ਨਹੀਂ ਹੁੰਦੀ। ਹੁਣ ਤਾਂ ਉਹ ਵੀ ਫਸੇ ਬੈਠੇ ਨੇ ਜਿਹੜੇ ਉਹ ਪੈਸੇ ਵਾਲੇ ਬੰਦੇ ਨੇ ਨਾ, ਉਹਨਾਂ ਲਈ ਵੀ ਇਹ ਸੰਕਟ ਖੜਾ ਹੋ ਚੁੱਕਿਆ। ਜਦੋਂ ਇਸ ਹਾਲਤ ਦੇ ਵਿੱਚ ਹੋ ਗਿਆ ਤਾਂ ਤੁਹਾਡੀ ਕਮਾਂਡ ਕਿਵੇਂ ਮੰਨੀ ਜਾਏ ਕਿ ਤੁਸੀਂ ਯੋਗ ਲੀਡਰ ਹੋ? ਕਿਵੇਂ ਮੰਨਿਆ ਜਾਏ ਕਿ ਤੁਸੀਂ ਯੋਗ ਫੈਸਲੇ ਕਰ ਰਹੇ ਹੋ? ਕਿਵੇਂ ਮੰਨਿਆ ਜਾਏ ਕਿ ਇਹ ਕਿਓਸ ਨਹੀਂ ਹੈ, ਖਲਾ ਨਹੀਂ ਪੈਦਾ ਹੋ ਗਿਆ, ਸਿਸਟਮ ਕੋਲੈਪਸ ਨਹੀਂ ਹੋ ਗਿਆ? ਇਹ ਬਹੁਤ ਬੜੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣ ਦੀ ਲੋੜ ਹੈ। ਜੀ ਹਮੀਰ ਸਿੰਘ ਜੀ, ਇਹ ਤਾਂ ਸੀ ਕਰੋਨਾ ਦੀ ਗੱਲ। ਜੇਕਰ ਗੱਲ ਕਰੀਏ ਦੇਸ਼ 'ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਅਸੀਂ ਜਾਣਨਾ ਚਾਹਾਂਗੇ, ਇੱਕ ਮਜ਼ਬੂਤ ਆਗੂ ਦੀ ਧਾਰਨਾ ਦੇ ਚੱਲਦਿਆਂ ਹੀ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਅੱਜ 5 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਕਿਸਾਨ ਅੰਦੋਲਨ ਨੂੰ ਚੱਲਦਿਆਂ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਉਹਦੇ ਪਿੱਛੇ ਵੀ ਉਹੀ ਜਿਹੜੀ ਇੱਕ ਮਾਨਸਿਕਤਾ ਹੈ। ਜਦੋਂ ਕਿਸੇ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਮੈਂ ਤਾਂ ਖੁਦਾ ਦੇ ਨਾਲ ਜੁੜਿਆ ਹੋਇਆ, ਖੁਦਾ ਹੀ ਹਾਂ ਅਸਲ ਦੇ ਵਿੱਚ ਇਸ ਥਾਵਾਂ ਦਾ, ਇੱਕ ਰੂਪ ਲੈ ਜਾਂਦਾ ਮਾਨਸਿਕਤਾ ਦੇ ਤੌਰ ਤੇ। ਜਿਹੜੇ ਵੱਡੇ ਤਾਨਾਸ਼ਾਹ ਟਾਈਪ ਦੇ ਲੋਕ ਨੇ, ਚਾਹੇ ਉਹ ਹਿਟਲਰ ਹੈ, ਉਹ ਸਟਾਲਨ ਹੈ, ਮੁਸੋਲਨੀ ਹੈ, ਜਿੰਨੇ ਵੀ ਲੋਕ ਉਸ ਲੈਵਲ ਦੇ ਹੋਏ, ਤੇ ਨਾ ਕੇਵਲ ਉਹ ਬਾਕੀ ਦੇ ਬੰਦਿਆਂ ਨੂੰ ਵੀ ਮਤਲਬ ਗਾਹਾਂ ਮਰਾਉਣ ਤੱਕ ਵੀ ਚਲੇ ਜਾਂਦੇ ਨੇ, ਤੇ ਦੇਸ਼ ਨਿਕਾਲਿਆਂ ਤੱਕ ਚਲੇ ਜਾਂਦੇ ਨੇ, ਤੇ ਜੇਲ੍ਹਾਂ ਸੁੱਟਣ ਤੱਕ ਚਲੇ ਜਾਂਦੇ ਨੇ, ਬਲਕਿ ਆਪਣੀ ਮਨਮਾਨੀ ਦਾ ਜਿਹੜਾ ਇੱਕ ਦੌਰ ਉਸ ਲੈਵਲ 'ਤੇ ਹੈ। ਇਹੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਜਮਹੂਰੀ ਤੰਤਰ ਹੋਣ ਦੇ ਬਾਵਜੂਦ, ਵੋਟਾਂ ਰਾਹੀਂ ਚੁਣੀ ਸਰਕਾਰ ਹੋਣ ਦੇ ਬਾਵਜੂਦ, ਜਿੱਥੇ ਇਹ ਕਿਹਾ ਜਾਂਦਾ ਕਿ ਲੋਕ ਅਲਟੀਮੇਟ ਤਾਕਤ ਹੁੰਦੇ ਨੇ, ਅੰਤਮ ਤਾਕਤ ਹੁੰਦੇ ਨੇ, ਤੇ ਉਹ ਲੋਕ ਜੇ ਮਹੀਨਿਆਂ ਤੋਂ ਆਪਣੀ ਗੱਲ ਕਹਿਣਾ ਚਾਹੁੰਦੇ ਨੇ ਤੁਹਾਨੂੰ ਕਿ ਇਹ ਜਿਹੜੇ ਬਿੱਲ ਨੇ, ਜਿਹੜੇ ਆਰਡੀਨੈਂਸ ਤੁਸੀਂ ਲਿਆਂਦੇ, ਇਹ ਸਾਡੇ ਨਾਲ ਰਾਏ ਕੀਤੇ ਬਿਨਾਂ ਲਿਆਂਦੇ ਨੇ, ਇਹ ਨਾ ਸੂਬਿਆਂ ਨੂੰ ਪੁੱਛਿਆ ਗਿਆ, ਨਾ ਕਿਸਾਨਾਂ ਨੂੰ ਪੁੱਛਿਆ ਗਿਆ, ਨਾ ਜਿਨ੍ਹਾਂ 'ਤੇ ਹੋਰਾਂ 'ਤੇ ਲਾਗੂ ਆ ਉਹਨਾਂ ਨੂੰ ਪੁੱਛਿਆ ਗਿਆ, ਤੇ ਸਾਨੂੰ ਉਹ ਮਨਜ਼ੂਰ ਨਹੀਂ ਹੈ। ਪਰ ਤੁਸੀਂ ਧੱਕੇ ਨਾਲ ਕਹਿ ਰਹੇ ਹੋ ਕਿ ਇਹ ਮਨਜ਼ੂਰ ਕਰਨੇ ਪੈਣਗੇ ਜੀ। ਔਰ ਇਹਦੇ ਤੋਂ ਵੀ ਅਗਲਾ ਸਵਾਲ, ਤੁਸੀਂ ਇੱਕ ਕਮੇਟੀ ਬਣਾਤੀ, ਜਿਹੜੀ ਕਮੇਟੀ ਇਹ ਕਹਿੰਦੀ ਹੈ ਵੀ ਉਹ ਬਾਰ-ਬਾਰ ਪੁੱਛਣ ਜਾਂਦੀ ਹੈ ਕਿ ਮੈਂ ਜੀ ਇੰਨੀ ਕੁ ਗੱਲ ਕੀਤੀ ਹੈ, ਦੱਸੋ ਕੀ ਕਰਾਂ। ਦੇਸ਼ ਦਾ ਪ੍ਰਧਾਨ ਮੰਤਰੀ, ਜਿਹੜਾ ਪ੍ਰਧਾਨ ਸੇਵਕ ਕਹਾਉਂਦਾ ਆਪਣੇ ਆਪ ਨੂੰ, ਜਿਹੜਾ ਇਹ ਕਹਿੰਦਾ ਕਿ ਮੈਂ ਤਾਂ ਲੋਕਾਂ ਦਾ ਸੇਵਕ ਹਾਂ, ਉਹਦੇ ਕੋਲ ਦੇਸ਼ ਦੇ ਲੱਖਾਂ ਕਿਸਾਨਾਂ ਦੇ ਇੰਨੇ ਮਹੀਨਿਆਂ ਤੋਂ ਬੈਠੇ ਆਗੂਆਂ ਵਾਸਤੇ 10 ਮਿੰਟ ਦਾ ਸਮਾਂ ਨਹੀਂ ਹੈ। ਬਿਲਕੁਲ ਇੱਕ ਵਾਰ ਵੀ ਤੁਸੀਂ ਘੱਟੋ ਘੱਟ ਉਹਨਾਂ ਦੀ ਗੱਲ ਤਾਂ ਡਾਇਰੈਕਟ ਆਪ ਸੁਣੋ ਨਾ, ਉਹਨਾਂ ਨਾਲ ਰਾਏ ਕਰੋ ਮੀਟਿੰਗ ਤੋਂ ਬਾਅਦ। ਤੁਹਾਡੇ 'ਚ ਤੁਸੀਂ ਕਹਿੰਦੇ ਹੋ ਕਿ ਤੁਸੀਂ ਬਹੁਤ ਵੱਡੇ ਓਰੇਟਰ ਹੋ, ਭਾਸ਼ਣ ਕਰਤਾ, ਤੁਹਾਡੀ ਦਲੀਲ ਤੁਹਾਡੇ ਕੋਲ ਹੈ, ਤਾਂ ਉਹਨਾਂ ਨੂੰ ਮਨਾ ਲਓ, ਫਿਰ ਉਹਨਾਂ ਨਾਲ ਗੱਲ ਕਰੋ ਜੀ। ਤੇ ਜੇ ਉਹਨਾਂ ਦੀ ਦਲੀਲ 'ਚ ਦਮ ਹੈ ਤਾਂ ਤੁਸੀਂ ਮੰਨ ਲਿਓ। ਦੇਸ਼ ਦਾ ਉਹ ਪ੍ਰਧਾਨ ਮੰਤਰੀ ਕਿਵੇਂ ਕੰਪੀਟੈਂਟ ਤੇ ਯੋਗ ਪ੍ਰਧਾਨ ਮੰਤਰੀ, ਘੱਟੋ ਘੱਟ ਜਮਹੂਰੀ ਤੰਤਰ 'ਚ ਤਾਂ ਹੋ ਹੀ ਨਹੀਂ ਸਕਦਾ, ਜਿਹੜੇ ਕੋਲ ਆਪਣੇ ਲੱਖਾਂ ਲੋਕਾਂ ਦੇ ਲਈ, ਉਹਨਾਂ ਦੇ ਨੁਮਾਇੰਦਿਆਂ ਲਈ ਗੱਲ ਕਰਨ ਲਈ ਕੋਈ ਮੀਟਿੰਗ ਦਾ ਟਾਈਮ ਨਾ ਹੋਵੇ। ਇਹ ਸਭ ਤੋਂ ਬੜਾ ਸਵਾਲ ਹੈ। ਇਹੀ ਸਵਾਲ ਇਹ ਕਹਿੰਦਾ ਕਿ ਤੁਸੀਂ ਮਜ਼ਬੂਤ ਆਗੂ ਦੀ ਛਵੀ
ਜਿਹੜੀ ਪਰਸਨੈਲਿਟੀ ਕਲਟ ਕਿਹਾ ਜਾਂਦਾ ਹੈ, ਤੇ ਤੁਸੀਂ ਉਹਦੇ ਸ਼ਿਕਾਰ ਹੋ ਚੁੱਕੇ ਹੋ। ਉਹਦਾ ਸ਼ਿਕਾਰ ਜਿਹੜਾ ਕੋਈ ਵਿਅਕਤੀ ਹੁੰਦਾ ਹੈ ਕਦੇ ਵੀ, ਤੇ ਉਹ ਬਾਕੀ ਦੇ ਸਾਰੇ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਹੈ, ਤੇ ਉਹ ਕਹਿੰਦਾ ਮੈਂ ਜੋ ਕਹਿਤਾ ਅਲਟੀਮੇਟ ਹੈ। ਔਰ ਇਹੋ ਜਿਹਾ ਇਤਿਹਾਸ 'ਚ ਵੀ ਬਹੁਤ ਲੋਕਾਂ ਨੇ ਇਸ ਤਰੀਕੇ ਦਾ ਕੀਤਾ, ਪਰ ਉਹ ਸਮਾਜ ਦਾ, ਲੋਕਾਂ ਦਾ, ਸਮੁੱਚੀ ਮਾਨਵਤਾ ਦਾ ਬਹੁਤ ਵੱਡਾ ਨੁਕਸਾਨ ਕਰਕੇ ਜਾਂਦਾ ਉਹ ਜਿਹਾ ਵਿਅਕਤੀਤਵ ਜਿਹੜਾ ਹੁੰਦਾ। ਔਰ ਇਹੀ ਗੱਲ ਕੁਛ ਵਾਪਰ ਰਿਹਾ। ਇੰਨੇ ਬੰਦੇ 400 ਦੇ ਕਰੀਬ ਕਿਸਾਨ ਉੱਥੋਂ ਡੈੱਡ ਬਾਡੀ ਜਾ ਚੁੱਕੀਆਂ ਨੇ, ਸ਼ਹੀਦ ਹੋ ਚੁੱਕੇ ਨੇ, ਹੋਰ ਪਤਾ ਨਹੀਂ ਕਿੰਨੇ ਆਉਣਗੇ ਜਿਸ ਲੈਵਲ 'ਤੇ ਇਹ ਸਾਰਾ ਸਿਸਟਮ ਚੱਲਦਾ। ਤੁਸੀਂ ਸਗੋਂ ਇਹਨੂੰ ਵਰਤ ਕੇ ਇਹ ਹਟਾਉਣਾ ਚਾਹੁੰਦੇ ਹੋ। ਕਦੇ ਮਿਸ਼ਨ ਕਲੀਨ ਚੱਲ ਪੈਂਦਾ ਕਿ ਆਪਾਂ ਉੱਥੋਂ ਹਟਾ ਦਿਓ ਬੰਦਿਆਂ ਨੂੰ। ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਬੰਦਾ ਬੋਲਦਾ ਉਹਦੀ ਜ਼ੁਬਾਨ ਬੰਦ ਕਰਨੀ ਹੈ, ਜਿਵੇਂ ਵੀ ਮਰਜ਼ੀ ਕਰ ਦਿਓ, ਮਾਮਲਾ ਹੱਲ ਨਹੀਂ ਕਰਨਾ। ਜਿਹੜਾ ਵੀ ਕੋਈ ਮਾਮਲੇ ਹੱਲ ਕੀਤੇ ਬਿਨਾਂ ਅੱਗੇ ਪਾਉਂਦਾ ਹੈ ਤਾਂ ਉਹ ਇਕੱਠੇ ਹੁੰਦੇ ਜਾਂਦੇ ਨੇ, ਇਕੱਠੇ ਹੁੰਦੇ ਜਾਂਦੇ ਹੌਲੀ ਹੌਲੀ ਨਸੂਰ ਬਣ ਜਾਂਦੇ ਨੇ। ਨਸੂਰ ਫਿਰ ਲਾਇਲਾਜ ਬਿਮਾਰੀ ਦਾ ਰੂਪ ਧਾਰਨ ਕਰ ਜਾਂਦਾ, ਅਤੇ ਫਿਰ ਉਹ ਸਮਾਜ 'ਤੇ ਵੀ ਉਹੋ ਜਿਹਾ ਅਸਰ ਪੈਣਾ, ਉਹਦੀ ਸਿਆਸਤ 'ਤੇ, ਉਹਦੀ ਅਰਥ ਵਿਵਸਥਾ 'ਤੇ, ਉਹਦੇ ਸਾਰੇ ਕੰਮਾਂ ਦੇ ਉੱਤੇ। ਉਹ ਸਾਰਿਆਂ ਦੇ ਸਾਹਮਣੇ ਦਿਖਾਈ ਦੇ ਰਿਹਾ। ਕਿਸਾਨ ਅੰਦੋਲਨ ਨਾਲ ਵੀ ਉਹੀ ਮਾਈਂਡ ਸੈੱਟ ਦਿਖਾਈ ਦੇ ਰਿਹਾ। ਹਮੀਰ ਸਿੰਘ ਜੀ, ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਹੈਗਾ ਮਾਹਿਰਾਂ ਨਾਲ ਕਹਿ ਦਈਏ ਜਾਂ ਵੱਖ-ਵੱਖ ਸੰਸਥਾਵਾਂ ਨਾਲ ਸਲਾਹ ਕਰਦੀ ਹੈ, ਉਹਨਾਂ ਨਾਲ ਰਾਏ ਲੈਂਦੀ ਹੈ, ਪਰ ਮੌਜੂਦਾ ਸਰਕਾਰ ਮਾਹਿਰਾਂ ਦੀ, ਲੋਕ ਰਾਏ ਦੀ ਜਿਹੜਾ ਹੈਗਾ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਬਿਲਕੁਲ ਇਹ ਦੇਖਿਆ ਹੀ ਨਹੀਂ ਕਦੇ। ਜਿਵੇਂ ਜਿਹੜੀ ਵੀ ਉਦੋਂ ਨੋਟਬੰਦੀ ਸੀ, ਰਿਜ਼ਰਵ ਬੈਂਕ ਤੱਕ ਬਾਕੀ ਦੇ ਲੋਕ ਵੀ ਕਹਿੰਦੇ ਰਹੇ, ਇਹਨਾਂ ਦੇ ਆਪਣੇ ਬੰਦੇ ਵੀ ਕਹਿੰਦੇ ਰਹੇ ਕਿ ਗਲਤ ਹੈ, ਇਹਨੇ ਨੁਕਸਾਨ ਕੀਤਾ, ਪਰ ਅੱਜ ਤੱਕ ਸਰਕਾਰ ਨੇ ਤਾਂ ਮੰਨਿਆ ਨਹੀਂ ਉਸ ਲੈਵਲ 'ਤੇ। ਇਸੇ ਤਰ੍ਹਾਂ ਕਰੋਨਾ ਦੇ ਮਾਮਲੇ ਦੇ ਵਿੱਚ ਵੀ ਇਹ ਹੋਇਆ। ਜਦੋਂ ਪਹਿਲਾਂ ਕਰੋਨਾ ਪਿਛਲੇ ਸਾਲ ਹੋਇਆ, ਉਦੋਂ ਸਾਰੇ ਵੱਡੇ ਦੁਨੀਆ ਪੱਧਰ ਦੇ ਔਰ ਸਾਡੇ ਦੇਸ਼ ਦੇ ਜਿਹੜੇ ਅਰਥ ਸ਼ਾਸਤਰੀ ਸੀ, ਉਹਨਾਂ ਦਾ ਵੱਡਾ ਹਿੱਸਾ ਉਹ ਇਹ ਕਹਿੰਦਾ ਰਿਹਾ ਕਿ ਇਸ ਨਾਲ ਸਿੱਝਣ ਦੇ ਵਾਸਤੇ ਬਹੁਤ ਜ਼ਰੂਰੀ ਹੈ, ਜਿਹੜੀ ਆਰਥਿਕ ਤਾਂ ਤਬਾਹ ਹੋ ਰਹੀ ਹੈ, ਜਿਹੜੇ ਕਾਰੋਬਾਰ ਠੱਪ ਹੋ ਰਹੇ ਨੇ, ਜਿਹੜੇ ਲੋਕ ਭੁੱਖੇ ਮਰ ਰਹੇ ਨੇ, ਉਹਨਾਂ ਲਈ ਘੱਟੋ ਘੱਟ ਇੱਕ ਬੜਾ ਵੱਡਾ ਪੈਕੇਜ ਚਾਹੀਦਾ ਉਹਨਾਂ ਦੇ ਘਰਾਂ 'ਚ ਰੋਟੀ ਲਈ। ਇਸ ਲਈ ਮੰਗ ਪੈਦਾ ਹੋਣੀ ਬਹੁਤ ਜ਼ਰੂਰੀ ਹੈ। ਜੇ ਉਹਨਾਂ ਦੀ ਜੇਬ 'ਚ ਪੈਸੇ ਪਾਓਗੇ, ਉਹਨਾਂ ਨੂੰ ਕੋਈ ਇਸ ਲੈਵਲ ਦੀ ਸਿੱਧੇ ਤੌਰ 'ਤੇ ਆਰਥਿਕ ਮਦਦ ਦਿਓਗੇ, ਤਾਂ ਇਹ ਤਾਣਾ ਖੜਾ ਹੋਏਗਾ ਮੁੜ ਕੇ, ਨਹੀਂ ਤਾਂ ਨਹੀਂ ਹੋਏਗਾ ਜੀ। ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ, ਅਤੇ ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ, ਅਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਜਾਂਦੇ ਲੋਕਾਂ ਨੇ ਦੇਖੇ। ਅਤੇ ਉਹ ਤਾਂ ਛੱਡੋ, ਉਹਨਾਂ ਦੀ ਤਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੈ ਨਹੀਂ, ਤੁਹਾਡੇ ਕੋਲ ਪਤਾ ਹੀ ਨਹੀਂ ਹੈ ਕਿੰਨੇ ਆ। ਹੁਣ ਵੀ ਪ੍ਰਧਾਨ ਮੰਤਰੀ ਜਦੋਂ ਕਦੇ ਆਏ ਆ, ਪਿਛਲੀ ਜਿਹੜੀ ਮਨ ਕੀ ਬਾਤ ਕੀਤੀ, ਉਹਦੇ ਵਿੱਚ ਵੀ ਉਹ ਇਹੀ ਕਹਿ ਰਹੇ ਨੇ, ਆ ਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਵੀ, ਬਾਅਦ ਦੇ ਵਿੱਚ TV 'ਤੇ ਵੀ ਕਿਹਾ ਉਹਨਾਂ ਨੇ, ਜਿਹੜੇ ਪਿੱਛੇ 8 ਵਜੇ ਪਹਿਲਾਂ ਵੀ ਸੰਬੋਧਨ ਕੀਤਾ, 8:45 'ਤੇ। ਉਹ ਕੀ ਕਹਿ ਰਹੇ ਨੇ ਕਿ ਜਿੱਥੇ ਜਿੱਥੇ ਹੈਗੇ ਉੱਥੇ ਉੱਥੇ ਰਹੋ। ਉੱਥੇ ਉੱਥੇ ਤਾਂ ਰਹਿਣਗੇ, ਪਰ ਉਹਨਾਂ ਨੂੰ ਖਾਣ ਨੂੰ ਕੌਣ ਦੇਊਗਾ? ਉਹਨਾਂ ਦੀ ਰੋਜੀ ਰੋਟੀ ਦਾ ਕੌਣ ਕਰੂਗਾ? ਤੁਸੀਂ ਕਿੰਨੇ ਪੈਸੇ ਉਹਨਾਂ 'ਚ ਪਾ ਰਹੇ ਹੋ? ਤੁਸੀਂ ਕਹਿੰਦੇ ਹੋ ਅਸੀਂ ਮਈ ਅਤੇ ਜੂਨ 'ਚ ਰਾਸ਼ਨ ਦੇਵਾਂਗੇ, ਅਤੇ ਅਪ੍ਰੈਲ ਦੇ ਜਿਹੜੇ 15 ਦਿਨ ਨੇ, ਅਤੇ ਉਹ ਭੁੱਖ ਨਾਲ ਕੱਟ ਕੇ ਉਹਨਾਂ ਦੇ ਬੱਚੇ ਕਿਵੇਂ ਜਿਉਣਗੇ? ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਂਦੀਆਂ ਨੇ। ਔਰ ਜੇ ਮਾਹਰਾਂ ਦੀ ਰਾਏ ਨਹੀਂ ਲਈ ਤੁਸੀਂ, ਔਰ ਇਹ ਦੇਸ਼ ਦੇ ਵਿੱਚ ਇਹ ਕਿਹਾ ਗਿਆ ਕਰੋਨਾ ਦੇ ਬਾਰੇ ਦੇ ਵਿੱਚ ਵੀ, ਤੁਸੀਂ ਜਿਹੜੇ ਐਕਸਪਰਟ ਨੇ, ਡਾਕਟਰੀ ਲਾਈਨ ਦੇ ਬੰਦੇ ਨੇ, ਵਿਗਿਆਨੀ ਨੇ, ਉਹਨਾਂ ਦੀ ਤਾਂ ਰਾਏ ਉਹਦੇ ਮੁਤਾਬਕ ਨਹੀਂ ਚੱਲਿਆ ਸਾਡਾ ਦੇਸ਼। ਵਿਦੇਸ਼ਾਂ ਦੇ ਵਿੱਚ ਬੜੀ ਜ਼ਿਆਦਾ ਇਹ ਗੱਲ ਸਾਡੇ ਬਾਰੇ ਕਹੀ ਜਾਂਦੀ ਹੈ ਕਿ ਜਿਨ੍ਹਾਂ ਨੇ ਵੀ ਵਿਗਿਆਨੀਆਂ ਦੀ ਰਾਏ ਮੁਤਾਬਕ ਇਹ ਚੀਜ਼ਾਂ ਸਟਾਰਟ ਕੀਤੀਆਂ ਨੇ, ਅਤੇ ਉਹੀ ਦੇਸ਼ ਟੈਕਲ ਕਰ ਪਾਏ ਨੇ ਉਹਨੂੰ ਠੀਕ ਤਰੀਕੇ ਨਾਲ, ਪ੍ਰੋਬਲਮ ਨੂੰ। ਸਾਡੇ ਉਹਨਾਂ ਦੀ ਸੁਣਿਓ ਨਹੀਂ ਜਾ ਰਹੀ। ਸਾਡੇ ਮਾਹਰਾਂ ਨੂੰ ਇਹ ਕਹਿ ਰਿਹਾ ਤੁਸੀਂ ਕੋਈ ਗੱਲ ਨਹੀਂ, ਸਾਨੂੰ ਦੱਸ ਦਿਓ, ਅਸੀਂ ਲਾਗੂ ਕਰਨਾ ਕਰਾਂਗੇ, ਨਹੀਂ ਤਾਂ ਨਹੀਂ। ਉੱਥੇ ਉਹ ਕਮੇਟੀਆਂ ਬਣਾ ਕੇ ਉਹ ਜੋ ਕਹਿੰਦੇ ਨੇ ਉਹ ਕੀਤਾ ਜਾ ਰਿਹਾ। ਸਾਡੇ ਮਨ ਕਰਦਾ, ਸਾਡਾ ਸੱਤਾਧਾਰੀ ਜਿਹੜਾ ਬੰਦਾ ਹੈ ਉਹ ਕਹਿੰਦਾ ਵੀ ਅੱਜ ਰਾਤ ਦਾ ਕਰਫਿਊ ਹੈ, ਫਿਰ ਉਹਨੂੰ ਅਗਲੇ ਦਿਨ ਸਮਝ ਆਉਂਦੀ ਹੈ ਵੀ ਰਾਤ ਤਾਂ 8 ਵਜੇ ਨਹੀਂ, ਕਰੋਨਾ ਤਾਂ 7 ਵਜੇ ਆ ਜਾਂਦਾ, ਫਿਰ ਕਹਿੰਦੇ ਵੀ 7 ਵਜੇ ਬੰਦ ਕਰ ਦਿੰਦੇ ਹਾਂ। ਫਿਰ ਉਹ ਕਹਿੰਦੇ ਨੇ 7 ਨਹੀਂ, ਕਰੋਨਾ 5 ਵਜੇ ਵੀ ਆ ਜਾਂਦਾ, ਫਿਰ ਉਹ ਕਹਿੰਦੇ ਚਲ 5 ਵਜੇ ਦਾ ਆਪਾਂ ਕਰਫਿਊ ਲਾ ਦਿੰਦੇ ਹਾਂ। ਮਤਲਬ ਇਹ ਜਿਹੜੇ ਇੱਕ ਨਾ ਤਜਰਬੇ ਹੋ ਰਹੇ ਨੇ, ਨਾ ਕਿ ਕੋਈ ਰਣਨੀਤੀ ਬਣ ਰਹੀ ਹੈ, ਨਾ ਕੋਈ ਪਾਲਿਸੀ ਬਣ ਰਹੀ ਹੈ। ਪਾਲਿਸੀ ਫਰੇਮਵਰਕ ਤੋਂ ਬਿਨਾਂ ਹੀ ਜਿਹੜੀਆਂ ਚੀਜ਼ਾਂ ਗੱਲਾਂ ਹੁੰਦੀਆਂ ਨੇ, ਪਾਲਿਸੀ ਹਮੇਸ਼ਾ ਮਾਹਰਾਂ ਦਾ ਕੰਮ ਹੁੰਦਾ, ਉਹਨਾਂ ਨੂੰ ਦਿੱਤੀ ਜਾਂਦੀ ਹੈ। ਸਿਆਸਤਦਾਨ ਕੇਵਲ ਇਹ ਕਹਿੰਦਾ ਹੈ ਕਿ ਸਾਨੂੰ ਆਹ ਚਾਹੀਦਾ, ਇਹਨੂੰ ਟੈਕਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਇਸ ਲੈਵਲ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਨੀ ਚਾਹੀਦੀ ਹੈ ਉਸ ਪੱਧਰ ਦੇ ਉੱਤੇ। ਇਹੋ ਜਿਹਾ ਕੁਝ ਨਹੀਂ ਦਿਖਾਈ ਦੇ ਰਿਹਾ ਅਜੇ ਤੱਕ। ਸਾਡੇ ਸਿਆਸੀ ਆਗੂ ਹੀ, ਪ੍ਰਧਾਨ ਮੰਤਰੀ ਉੱਥੇ ਅਤੇ ਹੇਠਾਂ ਚੀਫ ਮਿਨਿਸਟਰ, ਉਹ ਗੇਂਦ ਖੇਡਦੇ ਨਜ਼ਰ ਆ ਰਹੇ ਨੇ। ਬੋਲਿੰਗ ਹੋ ਰਹੀ ਹੈ ਇੱਕ ਦੂਜੇ ਦੇ ਨਾਲ, ਮਤਲਬ ਮਾਹਰਾਂ ਦੀ ਰਾਏ ਕਿਤੇ ਦਰਕਨਾਰ, ਕਿਤੇ ਅਣਦੇਖੀ ਕੀਤੀ ਗਈ ਹੈ ਜੀ। ਹਮੀਰ ਸਿੰਘ ਜੀ, ਜਦੋਂ ਇੱਕ ਬੰਦੇ ਵੱਲੋਂ ਲਏ ਗਏ ਫੈਸਲਿਆਂ ਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ, ਉਹ ਫੈਸਲੇ ਸਾਰੇ ਲੋਕ ਵਿਰੋਧੀ ਸਾਬਤ ਹੋ ਰਹੇ ਨੇ, ਤਾਂ ਦੇਸ਼ ਦੀ ਸੰਵਿਧਾਨਕ ਸੰਸਥਾਵਾਂ ਜਿਹੜੀਆਂ ਹੈਗੀਆਂ ਅਜਿਹੇ ਵਿਅਕਤੀ ਨੂੰ ਜਿਹੜਾ ਹੈਗਾ ਦੋਸ਼ੀ ਕਰਾਰ ਦੇਣ ਤੋਂ ਜਾਂ ਐਂ ਕਹਿ ਦਈਏ ਜ਼ਿੰਮੇਵਾਰ ਠਹਿਰਾਉਣ ਤੋਂ ਬਚ ਰਹੀਆਂ ਨੇ। ਅਜਿਹਾ ਕਿਉਂ ਹੋ ਰਿਹਾ?
ਔਰ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਇੱਕ ਤਾਂ ਪਿਛਲੇ 6-7 ਸਾਲਾਂ ਤੋਂ ਖੈਰ ਕਲਚਰ ਤਾਂ ਉਦੋਂ ਵੀ ਪੁਰਾਣਾ ਹੈ, ਸਾਡੇ ਚਾਪਲੂਸ ਸੱਭਿਆਚਾਰ ਪੈਦਾ ਹੋ ਰਿਹਾ ਹੈ ਔਰ ਉਹ ਪਾਰਟੀਆਂ ਦੇ ਅੰਦਰ ਵੀ ਹੈ, ਪਾਰਟੀਆਂ ਤੋਂ ਬਾਹਰ ਵੀ ਹੈ। ਪਾਰਟੀਆਂ ਦੇ ਅੰਦਰ ਵੀ ਜਿਹੜਾ ਪ੍ਰਧਾਨ ਹੈ ਜਾਂ ਜਿਹੜਾ ਮੇਨ ਆਦਮੀ ਹੈ, ਬਾਕੀ ਸਭ ਉਹਦੇ ਪਿਛਲੱਗ ਹੋ ਗਏ। ਜਿਹੜਾ ਵੀ ਬੰਦਾ ਬੋਲਦਾ ਹੈ ਉਹਨੂੰ ਕਹਿੰਦਾ ਕਿ ਇਹ ਗੱਲ ਠੀਕ ਨਹੀਂ ਹੈ, ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਹੌਲੀ ਹੌਲੀ ਇਹ ਚੀਜ਼ਾਂ ਇਸ ਪੱਧਰ ਦੇ ਉੱਤੇ ਚਲੀਆਂ ਗਈਆਂ ਨੇ, ਉਹ ਸੱਭਿਆਚਾਰ ਦਾ ਹਿੱਸਾ ਬਣ ਗਈਆਂ ਨੇ। ਬੌਸ ਦੇ ਨੂੰ ਨਾਲ ਵਖਰੇਵਾਂ ਰੱਖਣਾ, ਵੱਖਰੀ ਗੱਲ ਕਹਿਣਾ, ਜਿਹੜੀ ਇਹ ਗੱਲ ਕਹਿਣ ਦੀ ਹਿੰਮਤ ਹੈ, ਉਹਦੇ ਲਈ ਜੋ ਕਿਰਦਾਰ ਚਾਹੀਦਾ, ਜੋ ਇਖਲਾਕ ਚਾਹੀਦਾ, ਉਹ ਵੀ ਬੰਦ ਹੋ ਰਹੇ ਨੇ। ਹੁਣ ਤਾਂ ਖੈਰ ਆਉਂਦੇ ਚਲਦੇ ਕਰਕੇ ਹੀ ਇਹ ਹੈ ਕਿ ਇਸ ਸਰਕਾਰ ਨੇ ਤਾਂ ਇਹ ਪੈਦਾ ਕਰਤਾ ਸੀ ਕਿ ਜਿਹੜਾ ਵੀ ਬੰਦਾ ਮਾੜਾ ਮੋਟਾ ਇੱਧਰ ਉੱਧਰ ਬੋਲਦਾ ਤੁਹਾਡਾ ਆਪਣਾ ਜਾਂ ਤੁਹਾਡੇ ਤੋਂ ਵੱਖਰਾ ਹੈ, ਜਾਂ ਸੰਵਿਧਾਨਕ ਸੰਸਥਾ, ਚਾਹੇ ਕੋਈ ਜੱਜ ਹੈ, ਚਾਹੇ ਕੋਈ ਕਿਸੇ ਹੋਰ ਇਲੈਕਸ਼ਨ ਕਮਿਸ਼ਨ 'ਚ, ਚਾਹੇ ਕਿੱਥੇ ਹੈ, ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਜੋੜ ਕੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਹਨਾਂ ਨੇ ਕੋਈ ਕਮਜ਼ੋਰੀ ਫੜਨੀ ਹੈ। CBI ਹੈ, ED ਹੈ, ਡਿਫਰੈਂਟ ਟਾਈਪ ਦੇ ਲੋਕ ਉਹਨਾਂ ਦੇ ਮਗਰ ਲਾ ਦੇਣੇ ਨੇ, ਜਾਂ ਲਾਲਚ ਦੇ ਦੇਣਾ, ਜਾਂ ਡਰਾ ਦੇਣੀਆਂ ਨੇ ਏਜੰਸੀਆਂ ਦੇ ਥਰੂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਉਹ ਸਾਰੇ ਬੰਦੇ ਇਸ ਲਾਈਨ 'ਚ ਲਾ ਲੈਣੇ ਨੇ ਵੀ ਜੇ ਤੂੰ ਲਾਈਨ 'ਚ ਲੱਗਦਾ ਤਾਂ ਠੀਕ ਹੈ, ਨਹੀਂ ਲੱਗਦਾ ਤਾਂ ਤੇਰੇ ਖਿਲਾਫ ਆਹ ਚੀਜ਼ਾਂ ਸੰਭਵ ਨੇ, ਅਸੀਂ ਕਰ ਸਕਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹਦੇ ਨਾਲ ਸਾਡੀਆਂ ਸੰਵਿਧਾਨਕ ਤੰਤਰ ਹੈ, ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ, ਉਹ ਪੂਰੀ ਤਰ੍ਹਾਂ ਇੱਕ ਟਾਈਪ ਦਾ ਸਰੈਂਡਰ ਕਰ ਚੁੱਕੀਆਂ ਨੇ, ਉਹ ਹਥਿਆਰ ਸੁੱਟ ਚੁੱਕੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਦੋਂ ਉਹ ਹਥਿਆਰ ਸੁੱਟ ਦਿੰਦੀਆਂ ਨੇ ਤਾਂ ਕਹਿਣਾ ਕਿਹਨੇ ਹੈ। ਔਰ ਇਸੇ ਕਰਕੇ ਦੁਨੀਆ ਦੇ ਵਿੱਚ ਜਦੋਂ ਸਾਡੇ ਨਾਮ ਦਾ ਤੱਕ ਦੁਨੀਆ ਦੇ ਕਈ ਲੋਕ ਜਿਹੜੇ ਸੰਵਿਧਾਨ ਦੇ ਮੁਤਾਬਕ ਨੇ, ਇੱਕ ਮੰਨਿਆ ਜਾਂਦਾ ਕਿ ਹਰ ਮੁਲਾਜ਼ਮ, ਹਰ ਅਫਸਰ, ਹਰ ਕਿੱਤੇ ਦਾ ਬੰਦਾ ਸੰਵਿਧਾਨ ਤੋਂ ਆਪਣੀ ਸ਼ਕਤੀ ਡਰਾ ਕਰਦਾ ਜੀ। ਔਰ ਜੇ ਸੰਵਿਧਾਨਕ ਢੰਗ ਨਾਲ ਲੱਗੀਆਂ ਸੰਸਥਾਵਾਂ ਹੀ ਆਪਣੀ ਤਾਕਤ ਉੱਥੋਂ ਲੈਣ ਦੀ ਬਜਾਏ ਕਿਤੇ ਚਾਪਲੂਸੀ 'ਚ ਪੈ ਜਾਂਦੀਆਂ ਨੇ ਤਾਂ ਕਿਹਦੇ ਤੋਂ ਉਮੀਦ ਰੱਖੀ ਜਾਏ। ਇਸੇ ਕਰਕੇ ਜਿਹੜਾ ਮਜ਼ਬੂਤ ਆਗੂ ਦਾ ਜਿਹੜਾ ਸਵਾਲ ਹੈ, ਮਜ਼ਬੂਤ ਆਗੂ ਨਹੀਂ, ਸੁਲਝਿਆ ਹੋਇਆ ਤੇ ਸਿਆਣਾ ਆਗੂ ਜਿਹੜਾ ਲੋਕਾਂ ਦੀ ਰਾਏ ਨਾਲ ਕੰਮ ਕਰੇ, ਜ਼ਰੂਰਤ ਉਹਦੀ ਹੁੰਦੀ ਹੈ। ਮਜ਼ਬੂਤੀ ਉਹਦੇ 'ਚ ਹੀ ਜ਼ਿਆਦਾ ਆ ਜਾਂਦੀ ਹੈ, ਸਗੋਂ ਉਹ ਮਜ਼ਬੂਤ ਪੱਖ ਹੁੰਦਾ। ਮਜ਼ਬੂਤ ਆਗੂ ਮੈਂ ਨਾ ਮੰਨੂ ਵਾਲਾ ਨਹੀਂ ਹੁੰਦਾ ਕਦੇ ਕਿ ਮੈਂ ਨਹੀਂ ਮੰਨਦਾ, ਤੁਸੀਂ ਜੋ ਮਰਜ਼ੀ ਕਰੋ। ਇਸੇ ਕਰਕੇ ਹੈ ਕਿ ਸਾਡੇ ਸਭ ਤੋਂ ਖਤਰਨਾਕ ਪਹਿਲੂ ਸਾਡੀ ਜਮਹੂਰੀਅਤ ਦੇ ਵਾਸਤੇ, ਸਾਡੇ ਡੈਮੋਕ੍ਰੇਸੀ ਦੇ ਵਾਸਤੇ ਇਹੀ ਹੈ ਕਿ ਸਾਡੀਆਂ ਸੰਸਥਾਵਾਂ ਜਿਨ੍ਹਾਂ ਨੇ ਸਹਿਜ ਵਿਕਾਸ ਨਾਲ ਇਹ ਮਜ਼ਬੂਤ ਬਣਨਾ ਸੀ, ਉਹ ਮਜ਼ਬੂਤ ਨਹੀਂ ਰਹੀਆਂ ਤੇ ਉਹਨਾਂ ਦੇ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਇਹ ਸਭ ਤੋਂ ਬੜਾ ਸੰਕਟ ਹੈ। ਔਰ ਜੇ ਉਹ ਸੰਸਥਾਵਾਂ ਇਸ ਲੈਵਲ 'ਤੇ ਖੜੀਆਂ ਹੁੰਦੀਆਂ ਤਾਂ ਇੰਨਾ ਜ਼ਿਆਦਾ ਮਨਮਾਨੀ ਕਰਨ ਵਾਲੇ ਆਗੂ ਪੈਦਾ ਵੀ ਨਹੀਂ ਹੁੰਦੇ, ਤਾਂ ਉਹਨਾਂ 'ਤੇ ਕੋਈ ਨਾ ਕੋਈ ਲਗਾਮ ਲੱਗ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸੇ ਕਰਕੇ ਫਿਰ ਉਹ ਕਿਵੇਂ ਕਹਿਣ ਦੀ ਹਿੰਮਤ ਕਰਨ ਕਿ ਭਾਈ ਸਾਹਿਬ ਸਾਨੂੰ ਤਾਂ ਤੂੰ ਕੰਮ ਨਹੀਂ ਕਰਨ ਦਿੱਤਾ, ਜੇ ਤੂੰ ਹੀ ਆਪਣੀ ਮਨਮਾਨੀ ਕੀਤੀ ਤਾਂ ਜ਼ਿੰਮੇਵਾਰ ਵੀ ਤੂੰ ਹੈ ਜੀ। ਬਿਲਕੁਲ ਇਹ ਕਹਿਣ ਦੀ ਹਿੰਮਤ ਵੀ ਚਲੀ ਗਈ ਹੈ। ਜਦ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ, ਤੁਹਾਡੀ ਇਹ ਹਿੰਮਤ ਚਲੀ ਗਈ ਹੈ ਤੇ ਸੰਵਿਧਾਨਕ ਸੰਸਥਾ ਹੁੰਦੇ ਹੋਏ ਵੀ, ਔਰ ਜਿਹੜੇ ਜੱਜ ਨੂੰ ਵੀ, ਜਿਹੜੇ ਚੋਣ ਕਮਿਸ਼ਨ ਦੇ ਕਮਿਸ਼ਨਰ ਨੂੰ ਵੀ, ਜਿਹੜੇ ਵੱਖ-ਵੱਖ ਥਾਵਾਂ 'ਤੇ ਜਿਹਨੂੰ ਹਟਾਇਆ ਹੀ ਨਹੀਂ ਜਾ ਸਕਦਾ ਮਹਾਦੋਸ਼ ਦਾ ਮੁਕੱਦਮਾ ਲਾਏ ਤੋਂ ਬਿਨਾਂ, ਜਿਹਨੂੰ ਇੰਨੀ ਸੁਰੱਖਿਆ ਮਿਲੀ ਹੋਈ ਹੈ ਸੰਵਿਧਾਨ ਦੇ ਵਿੱਚ, ਜੇ ਉਹ ਬੋਲਣ ਤੋਂ ਵੀ ਕਤਰਾ ਰਹੇ ਨੇ, ਫਿਰ ਤਾਂ ਵੈਸੇ ਹੀ ਆਮ ਲੋਕ ਹੀ ਮੈਦਾਨੇ ਜੰਗ ਦੇ ਵਿੱਚ ਆਉਂਦੇ ਨੇ। ਜਿਹਨੂੰ ਇਹ ਵੀ ਜੇਲ੍ਹ ਭੇਜਣਾ, ਜੇਲ੍ਹ ਭੇਜ ਦਿਓ, ਫਿਰ ਤਾਂ ਅੰਦੋਲਨ ਹੀ ਹੁੰਦੇ ਨੇ ਜਿਹੜੇ ਬੰਦੇ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ ਨੇ। ਫਿਰ ਇਹੋ ਜਿਹਾ ਕਿਸਾਨ ਅੰਦੋਲਨ ਹੈ, ਉਸ ਲੈਵਲ ਦੇ ਅੰਦੋਲਨ ਹੁੰਦੇ ਨੇ, ਜਾਂ ਬਾਕੀ ਦੇ ਹੋਰ ਅੰਦੋਲਨ ਜਿਹੜੇ ਲੈਵਲ 'ਤੇ ਹੋਣਗੇ। ਪਰ ਬਿਨਾਂ ਸ਼ੱਕ ਇਹ ਸਾਰੇ ਕਿਸਾਨ ਅੰਦੋਲਨ ਤੋਂ ਲੈ ਕੇ ਕਰੋਨਾ ਨਾਲ ਜਿਸ ਢੰਗ ਨਾਲ ਸਰਕਾਰ ਨੇ ਨਜਿੱਠਿਆ, ਇਹਨੇ ਦੁਨੀਆ ਪੱਧਰ ਦੇ ਉੱਤੇ ਵੀ ਭਾਰਤ ਦੀ ਛਵੀ ਜਿਹੜੀ ਹੈ ਉਹ ਖਰਾਬ ਕੀਤੀ ਹੈ ਤੇ ਅੰਦਰ ਵੀ ਲੋਕਾਂ ਨੂੰ ਬੇਚੈਨ ਕੀਤਾ। ਅੰਦਰ ਲੋਕ ਤਰਾਹ ਕਰ ਰਹੇ ਨੇ ਸਾਰੇ, ਔਰ ਬੇਚੈਨ ਨੇ, ਔਰ ਲੋਕਾਂ ਦੇ ਆਪਣੇ ਮਿੱਤਰ ਪਿਆਰੇ ਮਰ ਰਹੇ ਨੇ ਤੇ ਉਹਨਾਂ ਨੂੰ ਲਾਚਾਰੀ ਮਹਿਸੂਸ ਹੋ ਰਹੀ ਹੈ। ਤੇ ਇਹ ਹਾਲਾਤ ਚੰਗੇ ਨਹੀਂ ਹੁੰਦੇ ਤੇ ਇਸ ਪਾਸੇ ਵੱਲ ਨੂੰ ਮੋੜਾ ਦੇਣ ਦੀ ਲੋੜ ਹੈ ਕਿ ਹੁਕਮਰਾਨ ਵੀ ਸੋਚਣ, ਉਹਨਾਂ ਲੋਕਾਂ ਨੂੰ ਇਨਵੋਲਵ ਕਰਨ, ਸਾਰੇ ਲੋਕਾਂ ਨੂੰ ਜਿਹੜੇ ਵੀ ਇਹਨਾਂ ਸਮੱਸਿਆਵਾਂ ਨੂੰ ਟੈਕਲ ਕਰ ਰਹੇ ਨੇ। ਕਿਸਾਨ ਅੰਦੋਲਨ ਬਾਰੇ ਵੀ ਆਪ ਗੱਲ ਕਰਕੇ ਜੇ ਉਹ ਘਰਾਂ ਨੂੰ ਆਉਣ ਤੇ ਉਹ ਬਿੱਲ ਵੱਡਰਾ ਕਰ ਲੈਣ ਤਾਂ ਆਟੋਮੈਟਿਕਲੀ ਕਾਫੀ ਮਾਮਲਾ ਸੁਲਝ ਜਾਂਦਾ ਉਸ ਮਾਮਲੇ ਦੇ ਨਾਲ। ਔਰ ਜਿਹੜੀ ਹਉਮੈ ਹੈ ਤੇ ਹੰਕਾਰ ਹੈ ਉਹ ਛੱਡਣਾ ਪੈਂਦਾ, ਉਦੋਂ ਬਿਨਾਂ ਕੰਮ ਨਹੀਂ ਚੱਲੇਗਾ। ਉਹ ਹੰਕਾਰ ਨੂੰ ਚੁਣੌਤੀ ਜਿਹੜੀ ਹੈ ਫਿਰ ਅੰਦੋਲਨ ਦੇ ਰੂਪ ਦੇ ਵਿੱਚ ਹੀ ਮਿਲ ਸਕਦੀ ਹੈ, ਹੋਰ ਤਾਂ ਕੋਈ ਤਰੀਕਾ ਨਹੀਂ ਬਚਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।